Hello students, good morning. I am Hanish Bansal. I am your business study lecturer. ਤਾਂ ਸਟੂਡੈਂਟਸ ਅੱਜ ਆਪਾਂ ਪੰਜਵਾਂ ਚੈਪਟਰ ਕਰਾਂਗੇ ਬਿਜ਼ਨਸ ਸਟੱਡੀ ਦਾ। ਪਹਿਲੇ 4 ਚੈਪਟਰ ਤੁਹਾਨੂੰ ਮੇਰੀ ਪਲੇਲਿਸਟ ਦੇ ਵਿੱਚ ਮਿਲ ਜਾਣਗੇ। ਚੈਨਲ 'ਤੇ ਜਾਓਗੇ ਪਲੇਲਿਸਟ ਦੇ ਵਿੱਚ ਮਿਲ ਜਾਣਗੇ, ਉੱਥੇ ਸੀਕੁਐਂਸ ਵਾਈਜ਼ ਚੈਪਟਰ 1 2 3 4 ਅਤੇ ਤੁਸੀਂ ਉਹਨੂੰ ਰੀਡ ਕਰੋਗੇ। ਚੈਪਟਰ ਦਾ ਨਾਮ ਤੁਹਾਨੂੰ ਉੱਥੇ ਸਾਰੇ ਲੈਕਚਰ ਮਿਲ ਜਾਣਗੇ। ਇੱਕ ਇੱਕ ਲੈਕਚਰ ਤੁਹਾਨੂੰ ਉੱਥੇ ਅਵੇਲੇਬਲ ਹੈ। ਠੀਕ ਹੈ, ਹੁਣ ਅੱਜ ਆਪਾਂ ਪੰਜਵਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ, ਜਿਹਦਾ ਨਾਮ ਹੈ ਅਮਰਜਿੰਗ ਮੋਡਸ ਆਫ ਬਿਜ਼ਨਸ। ਕਹਿੰਦੇ ਅਮਰਜਿੰਗ ਮੋਡਸ ਆਫ ਬਿਜ਼ਨਸ ਦੇ ਵਿੱਚ ਕੀ ਹੈ ਸਟੂਡੈਂਟਸ। ਠੀਕ ਹੈ, ਚੈਪਟਰ ਤੁਹਾਡੇ ਸਾਹਮਣੇ ਆ, ਦੇਖੋ। ਇਹਦੇ ਵਿੱਚ ਦੇਖੋ ਸਟੂਡੈਂਟਸ ਇੰਟਰੋਡਕਸ਼ਨ ਕੀ ਹੈ। ਤਾਂ ਇੰਟਰੋਡਕਸ਼ਨ ਦੇਖੋ ਸਟੂਡੈਂਟਸ, ਕਹਿੰਦੇ ਮੋਡਰਨ ਵਰਲਡ ਇਜ਼ ਦਾ ਏਰਾ ਆਫ ਗਲੋਬਲਾਈਜੇਸ਼ਨ ਚੇਂਜ ਐਂਡ technology. In response to this, business throughout the world is changing its organization, way of working and use of technology. Business process are being redesigned. The major changes in mode of business is emergence of e-business, e-commerce and business process outsourcing. देखो ध्यान ਨਾਲ ਸੁਣੋ। ਕਹਿੰਦੇ ਇਸ ਚੈਪਟਰ ਅਮਰਜਿੰਗ ਮੋਡਸ ਆਫ ਬਿਜ਼ਨਸ ਦੀ ਇੰਟਰੋਡਕਸ਼ਨ ਪੜ੍ਹ ਰਿਹਾ। ਇਹਦੇ ਵਿੱਚ ਕੀ ਹੈ, ਕਹਿੰਦੇ ਆਪਣਾ ਜਿਹੜਾ ਮੋਡਰਨ ਗਲੋਬਲਾਈਜੇਸ਼ਨ ਹੈ, ਜਿਹਦੇ ਵਿੱਚ ਬਹੁਤ ਸਾਰੇ ਚੇਂਜ ਹੁੰਦੇ ਨੇ, ਬਹੁਤ ਸਾਰੇ ਟੈਕਨੋਲੋਜੀਆਂ ਨੇਗੀਆਂ। ਠੀਕ ਹੈ, ਇਹ ਇੰਨੀ ਜ਼ਿਆਦਾ ਚੇਂਜ ਹੁੰਦੀ ਹੈ, ਜਿਹਦੇ ਵਿੱਚ ਆਪਾਂ ਬਾਰ-ਬਾਰ ਆਪਾਂ ਨੂੰ ਆਪਣੇ ਪ੍ਰੋਸੈਸ ਨੂੰ, ਟੈਕਨੋਲੋਜੀ ਨੂੰ ਰੀਡਿਜ਼ਾਈਨ ਕਰਨਾ ਪੈਂਦਾ ਹੈ। ਠੀਕ ਹੈ, ਇਹ ਅਮਰਜਿੰਗ ਮੋਡ ਆਫ ਬਿਜ਼ਨਸ ਹੈ, ਜਿਹਦੇ ਵਿੱਚ ਆਪਾਂ ਨੂੰ ਈ ਬਿਜ਼ਨਸ, ਈ ਕਮਰਸ ਅਤੇ ਪ੍ਰੋਸੈਸ ਬਿਜ਼ਨਸ ਪ੍ਰੋਸੈਸਿੰਗ ਆਊਟਸੋਰਸਿੰਗ ਦੇ ਮੁਤਾਬਿਕ ਆਪਾਂ ਨੂੰ ਬਿਜ਼ਨਸ ਦੇ ਮੋਡਸ ਦੇ ਅਕੋਰਡਿੰਗ ਕੰਮ ਕਰਨਾ ਪੈਂਦਾ। ਠੀਕ ਹੈ, ਇਹਦੇ ਵਿੱਚ ਦੇਖੋ ਹੁਣ ਆਪਣਾ ਪੂਰਾ ਵਰਲਡ ਹੀ ਇਹਦੇ ਵਿੱਚ ਛੁਪਿਆ ਹੋਇਆ। ਪੂਰਾ ਵਰਲਡ ਇਹਦੇ ਵਿੱਚ ਕਿਵੇਂ ਹੈ, ਕਹਿੰਦੇ ਹੁਣ ਜੇ ਆਪਾਂ ਗਲੋਬਲਾਈਜੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਾਰਾ ਵਰਲਡ ਸਮਾਇਆ ਜਾਂਦਾ, ਜਿਹਦੇ ਵਿੱਚ ਆਪਾਂ ਨੂੰ ਸਾਰੀ ਟੈਕਨੋਲੋਜੀਆਂ ਚੇਂਜਸ ਉਹਦੇ ਅਕੋਰਡਿੰਗ ਹੀ, ਉਸ ਹਿਸਾਬ ਨਾਲ ਹੀ ਆਪਾਂ ਨੂੰ ਕਰਨੀਆਂ ਪੈਂਦੀਆਂ ਨੇ। ਹੁਣ ਆਪਾਂ ਹੌਲੀ ਹੌਲੀ ਅੱਗੇ ਵੱਧਦੇ ਹਾਂ। ਇਹਦੇ ਮੀਨਿੰਗ ਕੀ ਹੈ ਈ ਬਿਜ਼ਨਸ। ਹੁਣ ਇਹਦੇ ਵਿੱਚ ਆਪਾਂ ਇਸ ਚੈਪਟਰ ਦੇ ਅਕੋਰਡਿੰਗ ਆਪਾਂ ਜਿਹੜੇ ਬਿਜ਼ਨਸ ਨੇ, ਅਮਰਜਿੰਗ ਮੋਡ ਆਫ ਬਿਜ਼ਨਸ ਦੇ ਵਿੱਚ ਈ ਬਿਜ਼ਨਸ ਇਹਦਾ ਆ ਜਾਂਦਾ। ਈ ਬਿਜ਼ਨਸ ਕੀ ਹੁੰਦਾ? ਈ ਬਿਜ਼ਨਸ ਰੈਫਰ ਟੂ ਕੈਰਿੰਗ ਔਨ ਬਿਜ਼ਨਸ ਐਕਟੀਵਿਟੀ ਥਰੂ ਇੰਟਰਨੈਟ। ਕਹਿੰਦੇ ਈ ਬਿਜ਼ਨਸ ਜਿਹੜਾ ਬਿਜ਼ਨਸ ਐਕਟੀਵਿਟੀ ਨੂੰ ਕੈਰੀ ਕਰਦਾ ਹੈ, ਉਹ ਕਿਹਦੇ ਅਕੋਰਡਿੰਗ ਕਰਦਾ ਹੈ? ਇੰਟਰਨੈਟ ਦੇ ਅਕੋਰਡਿੰਗ। ਬਿਜ਼ਨਸ ਐਕਟੀਵਿਟੀ ਕੰਪਰਾਈਜ਼ ਆਫ ਇੰਡਸਟਰੀ, ਕਮਰਸ ਐਂਡ ਟਰੇਡ। ਕਹਿੰਦੇ ਬਿਜ਼ਨਸ ਐਕਟੀਵਿਟੀ ਕਿਹਦੇ ਅਕੋਰਡਿੰਗ ਚੱਲਦੀ ਹੈ? ਠੀਕ ਹੈ, ਇੰਡਸਟਰੀ, ਕਮਰਸ ਅਤੇ ਟਰੇਡ ਦੇ ਅਕੋਰਡਿੰਗ ਚੱਲਦੀ ਹੈ। ਸੋ ਈ ਕਮਰਸ means conduct of industry, trade and commerce activity through commerce. ठीक है, firms use not only general internet facility for e-business but they also prefer to have their private and personal internet facility for their internal functioning. ठीक है, ਹੁਣ ਦੇਖੋ ਜਿਹੜਾ ਈ ਬਿਜ਼ਨਸ ਹੈ, ਦੇਖੋ ਜਿਹੜਾ ਈ ਬਿਜ਼ਨਸ ਹੈ, ਅੱਜ ਕੱਲ੍ਹ ਦੇ ਲੋਕ ਹੁਣ ਜਿਹੜੀ ਫਰਮਸ ਨੇਗੀਆਂ ਉਹ ਸਿੰਪਲ ਇੰਟਰਨੈਟ ਯੂਜ਼ ਨਹੀਂ ਕਰਦੀਆਂ। ਇਹ ਹੁਣ ਅੱਜ ਕੱਲ੍ਹ ਦੇ ਲੋਕ ਹੁਣ ਪ੍ਰਾਈਵੇਟ ਅਤੇ ਪਰਸਨਲ ਇੰਟਰਨੈਟ ਫੈਸਿਲਿਟੀ ਵੀ ਲੈਣ ਲੱਗ ਗਏ, ਤਾਂ ਜੋ ਉਹਨਾਂ ਦੇ ਆਪਣੇ ਐਂਟਰਟੇਨਮੈਂਟ ਦਾ ਸਾਧਨ ਜਾਂ ਆਪਣੇ ਵਪਾਰ ਨੂੰ ਵਧਾਉਣ, ਜਾਂ ਬਹੁਤ ਸਾਰੀ ਫੈਸਿਲਿਟੀਆਂ ਹੁਣ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਆਪਾਂ ਨੂੰ ਮਿਲ ਜਾਂਦੀਆਂ ਨੇਗੀਆਂ। ਹੁਣ ਈ ਬਿਜ਼ਨਸ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਈ ਬਿਜ਼ਨਸ ਦੇ ਵਿੱਚ ਆਪਾਂ ਜਿਹੜਾ ਬਿਜ਼ਨਸ ਕੈਰੀ ਕਰਦੇ ਹਾਂ ਉਹ ਕਿਹਦੇ ਅਕੋਰਡਿੰਗ ਕਰਦੇ ਹਾਂ? ਇੰਟਰਨੈਟ ਦੇ ਅਕੋਰਡਿੰਗ ਕਰਦੇ ਹਾਂ। ਇਹਦੇ ਵਿੱਚ ਬਹੁਤ ਵੱਡੇ ਖੇਤਰ ਦੇ ਵਿੱਚ ਆਪਣਾ ਸਾਰਾ ਵਪਾਰ ਛੁਪਿਆ ਹੋਇਆ। ਇਹਦੇ ਵਿੱਚ ਆਪਾਂ ਇੰਟਰਨੈਟ ਦੇ ਮਾਧਿਅਮ ਰਾਹੀਂ ਬਹੁਤ ਸਾਰੀ ਫੈਸਿਲਿਟੀਆਂ ਇਹਦੇ ਵਿੱਚ ਯੂਜ਼ ਕਰਕੇ ਆਪਣੇ ਬਿਜ਼ਨਸ ਨੂੰ ਹੋਰ ਵਧਾਇਆ ਜਾ ਸਕਦਾ। ਹੁਣ ਜਿਹੜਾ ਈ ਬਿਜ਼ਨਸ ਹੈ ਉਹ ਕਿਹੜੇ, ਉਹਦੇ ਸਕੋਪ ਕੀ ਨੇਗੇ ਈ ਬਿਜ਼ਨਸ ਦੇ? ਦੇਖੋ ਸਟੂਡੈਂਟਸ, ਈ ਬਿਜ਼ਨਸ ਦੇ ਸਕੋਪ ਕੀ ਨੇ? ਕਹਿੰਦੇ ਸਕੋਪ ਆਫ ਈ ਬਿਜ਼ਨਸ, ਕਹਿੰਦਾ ਦਾ ਈ ਬਿਜ਼ਨਸ ਇਨਕਲੂਡ ਕੈਰਿੰਗ ਔਨ ਪਲੈਨਿੰਗ, ਔਰਗਨਾਈਜ਼ਿੰਗ, ਮਾਰਕੀਟਿੰਗ, ਪ੍ਰੋਡਕਸ਼ਨ ਇਲੈਕਟ੍ਰੋਨਿਕਲੀ ਥਰੂ ਇੰਟਰਨੈਟ। ਕਹਿੰਦੇ ਆਪਾਂ ਪਲਾਨ ਕਰ ਸਕਦੇ ਹਾਂ, ਔਰਗਨਾਈਜ਼ਿੰਗ, ਮਾਰਕੀਟਿੰਗ, ਪ੍ਰੋਡਕਸ਼ਨ ਕਰ ਸਕਦੇ ਹਾਂ ਇਲੈਕਟ੍ਰੋਨਿਕ ਤਰੀਕੇ ਨਾਲ। ਕਿਹਦੇ ਨਾਲ? ਇੰਟਰਨੈਟ ਨਾਲ। ਦੇਅਰ ਆਰ ਵੇਰੀਅਸ ਪੀਪਲ ਐਂਡ ਪਾਰਟੀ ਇਨਵੋਲਵ ਇਨ ਦਾ ਇਲੈਕਟ੍ਰੋਨਿਕ ਟ੍ਰਾਂਜੈਕਸ਼ਨ। ਕਹਿੰਦੇ ਇਹਦੇ ਵਿੱਚ ਦੁਨੀਆ ਭਰ ਦੀ ਪੀਪਲ ਆ ਜਾਂਦੇ ਨੇ ਜੋ ਇਹਦੇ ਵਿੱਚ ਨਾਲ ਜੁੜੇ ਹੁੰਦੇ ਨੇ। ਇਹਦੇ ਵਿੱਚ ਆਪਾਂ ਟ੍ਰਾਂਜੈਕਸ਼ਨ ਨੂੰ 4 ਡਾਇਰੈਕਸ਼ਨ ਦੇ ਵਿੱਚ ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਆ ਜਾਂਦਾ ਬੀ ਟੂ ਬੀ। ਇਹਨੂੰ ਧਿਆਨ ਨਾਲ ਸੁਣ ਲਓ ਸਟੂਡੈਂਟਸ, ਇਹਦਾ ਸਭ ਤੋਂ ਪਹਿਲਾ ਪੁਆਇੰਟ ਆ ਜਾਂਦਾ ਬੀ ਟੂ ਬੀ। ਟ੍ਰਾਂਜੈਕਸ਼ਨ ਟੇਕਿੰਗ ਪਲੇਸ ਬਿਟਵੀਨ ਬਿਜ਼ਨਸ ਯੂਨਿਟਸ ਆਰ ਨੋਨ ਐਜ਼ ਬੀ ਟੂ ਬੀ। ਬੀ ਟੂ ਬੀ ਦਾ ਮਤਲਬ ਹੁੰਦਾ ਬਿਜ਼ਨਸ ਟੂ ਬਿਜ਼ਨਸ। ਕਹਿੰਦੇ
ट्रांजैक्शन टेकिंग प्लेस बिटवीन बिजनेस यूनिट्स, कहते बिजनेस टू बिजनेस मतलब एक बिजनेस तो दूसरे बिजनेस 'ਚ ਜਿਹੜੀ ਟ੍ਰਾਂਜੈਕਸ਼ਨਾਂ ਹੁੰਦੀਆਂ ਨੇ ਉਹਨੂੰ ਕਹਿੰਦੇ ਨੇ B2B। ਇਹਦੇ ਵਿੱਚ ਟ੍ਰਾਂਜੈਕਸ਼ਨ ਕਿਹੜੀ ਕਿਹੜੀ ਇਨਵੋਲਵ ਹੁੰਦੀ ਹੈ, ਇਹਦੇ ਵਿੱਚ ਯੂਟਿਲਿਟੀ ਕ੍ਰੀਏਸ਼ਨ ਹੁੰਦੀ ਹੈ, ਕੋਲੈਬੋਰੇਟ ਇੱਕ ਦੂਜੇ ਨਾਲ ਜੁੜਦੇ ਨੇ, ਕਮਰਸ਼ੀਅਲ ਨੈਗੋਸ਼ੀਏਸ਼ਨ ਹੁੰਦੀ ਹੈ, ਕਮਰਸ਼ੀਅਲ ਸਿਸਟਮ ਬਣਦਾ ਇੱਕ ਦੂਜੇ ਨਾਲ ਲੈਣ ਦੇਣ ਬਣਦਾ ਕਮਰਸ਼ੀਅਲ ਤਰੀਕੇ ਨਾਲ। ਫਿਰ ਆਪਾਂ ਇਨਵਾਈਟ ਕਰਦੇ ਆ ਟੈਂਡਰਸ, ਡਿਸਟਰੀਬਿਊਟ ਕਰਦੇ ਆ ਗੁੱਡਸ ਫਰੋਮ ਮੈਨੂਫੈਕਚਰ ਟੂ ਵੇਰੀਅਸ ਡਿਸਟਰੀਬਿਊਟਰ। ਹੁਣ ਸਿੰਪਲ ਜੀ ਗੱਲ ਮੈਂ ਤੁਹਾਨੂੰ ਸਮਝਾ ਰਿਹਾ, ਕਹਿੰਦੇ B2B ਦਾ ਮਤਲਬ ਹੁੰਦਾ ਇੱਕ ਬਿਜ਼ਨਸ ਤੋਂ ਦੂਸਰੇ ਬਿਜ਼ਨਸ ਨੂੰ ਕੋਈ ਸਮਾਨ ਜਾ ਰਿਹਾ, ਕੋਈ ਬਿਜ਼ਨਸ ਜਾ ਰਿਹਾ, ਕੋਈ ਸਮਾਨ ਆਪਾਂ ਵੇਚ ਰਹੇ ਹਾਂ ਜਾਂ ਕੋਈ ਫੈਸਿਲਿਟੀ ਜਾਂ ਕੁਛ ਵੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ, ਉਹ ਆਪਾਂ ਇੱਕ ਬਿਜ਼ਨਸ ਤੋਂ ਦੂਸਰੇ ਬਿਜ਼ਨਸ ਨੂੰ ਕਰ ਰਹੇ ਹਾਂ ਤਾਂ ਉਹ B2B ਆ ਜਾਂਦਾ। ਸਟੂਡੈਂਟਸ ਕਲੀਅਰ ਹੋ ਗਿਆ ਹੋਣਾ। ਹੁਣ ਆ ਜਾਂਦਾ B2C ਕਮਰਸ, ਕਹਿੰਦੇ B2C ਕਮਰਸ ਦਾ ਮਤਲਬ ਹੁੰਦਾ ਕਹਿੰਦੇ ਹੁਣ ਜਿਹੜਾ B2C ਦਾ ਮਤਲਬ ਹੋ ਗਿਆ ਬਿਜ਼ਨਸ ਟੂ ਕਸਟਮਰ, ਠੀਕ ਹੈ। ਦ ਟ੍ਰਾਂਜੈਕਸ਼ਨ ਟੇਕਿੰਗ ਪਲੇਸ ਬਿਟਵੀਨ ਬਿਜ਼ਨਸ ਯੂਨਿਟਸ ਐਂਡ ਕਸਟਮਰ ਆਰ ਨੋਨ ਐਜ਼ B2C। B2C ਇਨੇਬਲ ਦ ਬਿਜ਼ਨਸਮੈਨ ਟੂ ਰਿਮੇਨ ਇਨ ਟੱਚ ਵਿਦ ਹਿਜ਼ ਕਸਟਮਰ ਔਨ ਅਰਾਊਂਡ ਦਾ ਕਲੋਕ ਬੇਸਿਸ। ਕਹਿੰਦੇ ਕਲੋਕ ਬੇਸਿਸ ਨਾਲ ਕੀ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ। B2C ਆਲਸੋ ਗਿਵ ਸਕੋਪ ਟੂ C2B ਟ੍ਰਾਂਜੈਕਸ਼ਨ। The customer can also make use of call center set up by the companies to make toll free calls, ਠੀਕ ਹੈ। ਹੁਣ B2C ਦਾ ਮਤਲਬ ਹੈ ਬਿਜ਼ਨਸ ਟੂ ਕਸਟਮਰ ਦੇ ਵਿੱਚ ਤੱਕ ਆਪਾਂ ਕੋਈ ਵੀ ਚੀਜ਼ ਪਹੁੰਚਾ ਸਕਦੇ ਹਾਂ, ਠੀਕ ਹੈ। ਇਹਦੇ ਨਾਲ ਕੀ ਹੈ ਆਪਾਂ ਕਸਟਮਰ ਨੂੰ ਫੈਸਿਲਿਟੀ ਦੇਣ ਵਾਸਤੇ ਆਪਾਂ 24 ਘੰਟੇ ਉਹਨਾਂ ਨੂੰ ਫੈਸਿਲਿਟੀ ਦਿੰਦੇ ਹਾਂ। ਕੋਈ ਇਹੋ ਜਿਹੇ ਬਿਜ਼ਨਸ ਹੁੰਦੇ ਨੇ ਵੱਡੇ ਲੈਵਲ 'ਤੇ ਉਹ ਕਸਟਮਰ ਦੀ ਸਾਰੀ ਪ੍ਰੋਬਲਮ ਨੂੰ ਸੌਰਟ ਆਊਟ ਕਰਦੇ ਨੇਗੇ, ਠੀਕ ਹੈ। ਅਤੇ ਇਹਦੇ ਵਿੱਚ ਕੀ ਹੈ ਸਮ ਪ੍ਰਮੋਸ਼ਨ ਐਕਟੀਵਿਟੀ ਸੱਚ ਐਜ਼ ਯੂਜ਼ ਆਫ ਮਿਊਜ਼ਿਕ ਫਿਲਮ ਟੂ ਅਟਰੈਕਟ ਦਾ ਕਸਟਮਰ ਆਰ ਆਲਸੋ ਯੂਜ਼ ਟੂ ਇਨ B2C ਸੈਗਮੈਂਟਸ। ਹੁਣ B2C ਸੈਗਮੈਂਟਸ ਕੀ ਯੂਜ਼ ਹੁੰਦਾ ਟ੍ਰਾਂਜੈਕਸ਼ਨ 'ਚ, ਸੈਲਿੰਗ ਅਤੇ ਡਿਸਟਰੀਬਿਊਸ਼ਨ ਹੁੰਦਾ, ਆਫਟਰ ਸੇਲ ਸਰਵਿਸਿਜ਼ ਵੀ ਦਿੰਦੇ ਨੇ। ਮਤਲਬ ਐਵੇਂ ਨਹੀਂ ਕੋਈ ਚੀਜ਼ ਹੁਣ ਉੱਥੇ ਉਹੀ ਆ ਜਾਂਦਾ ਕਿ ਐਵੇਂ ਨਹੀਂ ਹੈਗਾ ਕਿ ਸਿਰਫ ਸੇਲ ਕਰਤੀ, ਜਦੋਂ ਸੇਲ ਕਰਤੀ ਉਸ ਤੋਂ ਬਾਅਦ ਵੀ ਉਹਨਾਂ ਨਾਲ ਜੁੜੇ ਰਹਿੰਦੇ ਨੇ। ਜੇਕਰ ਉਹ ਉਹਨਾਂ ਦੇ ਪ੍ਰੋਡਕਟ ਨੂੰ ਯੂਜ਼ ਕਰਦੇ ਨੇ ਕੰਪਨੀ ਦੇ ਤਾਂ ਜੇਕਰ ਉਹਨਾਂ ਨੂੰ ਬਾਅਦ 'ਚ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਦੋਂ ਵੀ ਇਹ ਕਿ ਉਹਨਾਂ ਦੀ ਹੈਲਪ ਕਰਦੇ ਨੇ। ਪ੍ਰਮੋਸ਼ਨ ਐਂਡ ਅਦਰ ਮਾਰਕੀਟਿੰਗ ਪ੍ਰਮੋਟ ਕਰਨ ਦੇ ਵਿੱਚ ਵੀ B2C ਵਾਲਾ ਪੁਆਇੰਟ ਟ੍ਰਾਂਜੈਕਸ਼ਨ 'ਚ ਆ ਜਾਂਦਾ। ਕੋਈ ਕੰਪਲੇਂਟ ਹੁੰਦੀ ਹੈ ਕਸਟਮਰ ਦੀ ਤਾਂ ਉਹਨੂੰ ਵੀ ਸੀਰੀਅਸ ਲੈ ਕੇ ਉਹਨੂੰ ਸੌਰਟ ਆਊਟ ਕਰਨ ਦੇ ਵਿੱਚ ਹੈਲਪ ਕਰਦੇ ਨੇ। ਇਹ B2C ਦੇ ਵਿੱਚ ਆ ਜਾਂਦਾ ਸਟੂਡੈਂਟਸ। ਅੱਗੇ ਆਉਂਦਾ C2C ਕਮਰਸ। C2C ਨਾਲ ਵੀ ਹੁੰਦਾ ਕਸਟਮਰ ਟੂ ਕਸਟਮਰ। C2C ਦਾ ਮਤਲਬ ਹੁੰਦਾ ਕਸਟਮਰ ਟੂ ਕਸਟਮਰ। ਇਨ ਦਿਸ ਸੈਟ ਆਫ ਬਿਜ਼ਨਸ ਫਰਮ ਸੈਲਰ ਇਜ਼ ਆਲਸੋ ਕਸਟਮਰ ਐਂਡ ਬਾਇਰ ਇਜ਼ ਆਲਸੋ ਕਸਟਮਰ। ਕਹਿੰਦੇ ਇਹਦੇ ਵਿੱਚ ਸੈਲਰ ਵੀ ਕਸਟਮਰ ਹੁੰਦਾ ਅਤੇ ਬਾਇਰ ਵੀ ਕਸਟਮਰ ਹੁੰਦਾ। ਉੱਪਰ ਦਾ ਕੀ ਸੀਗਾ B2C ਦੇ ਵਿੱਚ ਬਿਜ਼ਨਸਮੈਨ ਸੈਲਰ ਸੀਗਾ ਅਤੇ ਕਸਟਮਰ ਬਾਇਰ ਸੀ, ਪਰ ਇਹਦੇ ਵਿੱਚ ਕੀ ਹੈ ਜਿਹੜਾ ਬਾਇਰ ਵੀ ਕਸਟਮਰ ਹੈ ਅਤੇ ਸੈਲਰ ਵੀ ਕਸਟਮਰ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਵੇਂ। ਇਟ ਪ੍ਰੋਵਾਈਡ ਸਿਕਿਉਰਡ ਮਾਰਕੀਟ ਸਿਸਟਮ ਫॉर ਸੇਲ ਆਫ ਗੁੱਡਸ ਐਂਡ ਸਰਵਿਸਿਜ਼ ਇਨ C2C ਵੇਰੀਅਸ ਕੰਜ਼ਿਊਮਰ ਫॉर्म are also formed through C2C transaction are aggrieved or cheated customer can warn other customer। ਇਹਨੂੰ ਪੁਆਇੰਟ ਨੂੰ ਨੋਟ ਕਰ ਲਓ, ਇਹ ਤੁਹਾਨੂੰ ਸਾਰਾ ਪੁਆਇੰਟ ਸਮਝਾ ਦੇਗਾ। ਕਸਟਮਰ ਕੈਨ ਵਾਰਨ ਅਦਰ ਕਸਟਮਰ ਨੋਟ ਟੂ ਬਾਏ ਸੱਚ ਪ੍ਰੋਡਕਟ ਇਨ ਵਿਚ ਹੀ ਵਾਜ਼ ਚੀਟਡ। ਹੁਣ ਧਿਆਨ ਨਾਲ ਸੁਣੋ C2C ਕਿਵੇਂ ਹੋਏਗਾ, ਮੈਂ ਤੁਹਾਨੂੰ ਦੱਸਿਆ ਸੀਗਾ ਇਹਦੇ ਵਿੱਚ ਬਾਇਰ ਵੀ ਕਸਟਮਰ ਹੁੰਦਾ ਸੈਲਰ ਵੀ ਕਸਟਮਰ ਹੁੰਦਾ। ਅਤੇ ਕਿਵੇਂ ਕਹਿੰਦੇ ਜਿਹੜਾ ਬੰਦਾ ਚੀਜ਼ ਵੇਚ ਰਿਹਾ, ਹੁਣ ਮੰਨ ਲਓ ਹੁਣ ਕਸਟਮਰ ਹੈ, ਕਸਟਮਰ ਨੇ ਕੋਈ ਚੀਜ਼ ਖਰੀਦੀ, ਹੁਣ ਉਹਨੂੰ ਬਹੁਤ ਵਧੀਆ ਲੱਗੀ, ਉਹਨੇ ਚੀਜ਼ ਨੂੰ ਯੂਜ਼ ਕੀਤਾ। ਯੂਜ਼ ਕਰਨ ਤੋਂ ਬਾਅਦ ਉਹ 10 ਬੰਦਿਆਂ ਨੂੰ ਵੀ ਦੱਸੇਗਾ ਹਾਂ ਬਈ ਉਹ ਕੰਪਨੀ ਬਹੁਤ ਵਧੀਆ ਹੈ, ਉਹ ਕੰਪਨੀ ਤੋਂ ਉਹ ਚੀਜ਼ਾਂ ਖਰੀਦ ਲਓ। ਅਤੇ ਉਹ ਇੱਕ ਆਪਣਾ ਕੰਮ ਕੀ ਕਰੇਗੀ, ਇਹ C2C ਬਿਜ਼ਨਸ ਕਰਨ 'ਚ ਹੈਲਪ ਕਰ ਰਹੀ ਹੈ। ਅਤੇ ਜੇਕਰ ਉਹ ਚੀਜ਼ ਆਪਾਂ ਮਾੜੀ ਵੇਚ ਰਿਹਾ ਕਸਟਮਰ ਉਹ ਤੋਂ ਡਿਸਸੈਟਿਸਫਾਈ ਹੁੰਦਾ ਤਾਂ ਉਹ 10 ਬੰਦਿਆਂ ਨੂੰ ਕਹੇਗਾ ਕਿ ਹਾਂ ਇਹ ਕੰਪਨੀ ਨੇ ਮੈਨੂੰ ਚੀਟ ਕੀਤਾ। ਤਾਂ ਇਹ ਵੀ ਇੱਕ ਤਰ੍ਹਾਂ ਦਾ C2C ਬਿਜ਼ਨਸ ਇਹਦੇ ਦਾ ਪਾਰਟ ਆ ਜਾਂਦਾ। ਤਾਂ ਕਲੀਅਰ ਹੋ ਗਿਆ ਹੋਊਗਾ ਸਾਰਿਆਂ ਨੂੰ ਸਟੂਡੈਂਟ। ਇਹ C2C ਟ੍ਰਾਂਜੈਕਸ਼ਨ ਦੇ ਵਿੱਚ ਕੀ ਆਉਂਦਾ ਸੈਲਿੰਗ ਯੂਜ਼ਡ ਬੁੱਕਸ ਕਲੋਥ, ਸੈਲਿੰਗ ਐਂਟੀ ਆਈਟਮਸ, ਵਾਰਨਿੰਗ ਵਾਲਾ ਸਿਸਟਮ ਆ ਜਾਂਦਾ। ਡਿਊਰੇਬਿਲਟੀ ਆਫ ਪ੍ਰੋਡਕਟ ਕੁਆਲਿਟੀ ਵਾਲਾ ਪੁਆਇੰਟ ਵੀ ਇਹਦੇ ਅੰਦਰ ਆ ਜਾਂਦਾ। ਅੱਗੇ ਆ ਜਾਂਦਾ ਸਟੂਡੈਂਟਸ ਇੰਟਰਾ B ਕਮਰਸ। ਇੰਟਰਾ B ਕਮਰਸ ਦੇ ਵਿੱਚ ਦੇਖੋ ਦਿਸ ਰੈਫਰ ਟੂ ਟ੍ਰਾਂਜੈਕਸ਼ਨ ਬਿਟਵੀਨ ਦਾ ਪਾਰਟੀਜ਼ ਔਰ ਪਰਸਨ ਹੂ ਆਰ ਦਾ ਪਾਰਟ ਆਫ ਵਨ ਫਰਮ ਓਨਲੀ। ਕਹਿੰਦੇ ਇਹ ਟ੍ਰਾਂਜੈਕਸ਼ਨ ਕਿਹਦੇ ਵਿੱਚ ਹੁੰਦੀ ਹੈ
ਇੰਟਰਾ ਬੀ ਫਰਮ ਦੇ ਵਿੱਚ ਕੀ ਹੈ, ਦਾ ਪਾਰਟੀ ਔਰ ਪਰਸਨ ਹੂ ਆਰ ਪਾਰਟ ਆਫ ਵਨ ਫਰਮ। ਇਹ ਦੋਨੋਂ ਜਿਹੜੀ ਵੀ ਪਾਰਟੀਆਂ ਹੁੰਦੀਆਂ ਨੇ ਇਹ ਇੱਕੋ ਹੀ ਫਰਮ ਨਾਲ ਬਿਲੋਂਗ ਕਰਦੀਆਂ ਨੇਗੀਆਂ। ਇਟ ਇਜ਼ ਅ ਟ੍ਰਾਂਜੈਕਸ਼ਨ ਵਿਦਇਨ ਫਰਮ, ਕਹਿੰਦੇ ਫਰਮ ਦੇ ਵਿੱਚ ਹੀ ਟ੍ਰਾਂਜੈਕਸ਼ਨ ਹੁੰਦੀ ਹੈ, ਇਹਨੂੰ ਇੰਟਰਾ ਫਰਮ ਕਹਿੰਦੇ ਨੇਗੇ। ਇਹਦੇ ਵਿੱਚ ਜਿਹੜੀ ਡੀਲਿੰਗ ਹੁੰਦੀ ਹੈ ਸਪਲਾਇਰ, ਕਸਟਮਰ, ਇੰਪਲੋਈ, ਇਹ ਆਪਸ 'ਚ ਡੀਲਿੰਗ ਕਰਦੇ ਹੁੰਦੇ ਨੇ, ਇਹਨੂੰ ਬੋਲਦੇ ਨੇ ਇੰਟਰਾ ਬੀ ਫਰਮ। ਜਿਹੜੇ ਫਰਮ ਦੇ ਵਿੱਚ ਹੀ ਜਿਹੜੇ ਪਰਸਨ ਨਾਲ ਕੰਮ ਕਰ ਰਹੇ ਨੇ ਉਹ ਆਪਸ 'ਚ ਇੱਕ ਜਿਹੜੇ ਟ੍ਰਾਂਜੈਕਸ਼ਨਾਂ ਕਰਦੇ ਨੇ ਉਹਨੂੰ ਕੀ ਬੋਲਦੇ ਨੇ, ਇੰਟਰਾ ਬੀ ਕਮਰਸ। ਆ ਸਾਰਿਆਂ ਨੂੰ ਕਲੀਅਰ ਹੋ ਗਿਆ ਸਟੂਡੈਂਟਸ? ਠੀਕ ਹੈ, ਬਸ ਇੰਨਾ ਯਾਦ ਰੱਖਣਾ ਤੁਸੀਂ। ਅੱਗੇ ਦੇਖੋ ਮੈਂ ਤੁਹਾਨੂੰ ਇੱਕ ਅੱਗੇ ਪੁਆਇੰਟ ਸਮਝਾ ਰਿਹਾ। ਕਹਿੰਦੇ ਇੰਟਰਾ ਬੀ ਕਮਰਸ ਟ੍ਰਾਂਜੈਕਸ਼ਨ ਮੇ ਇਨਕਲੂਡ, ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਇਨਕਲੂਡ ਹੁੰਦੀਆਂ ਨੇ? ਇੰਟਰੈਕਸ਼ਨ ਬਿਟਵੀਨ ਐਨੀ ਟੂ ਡਿਪਾਰਟਮੈਂਟ, ਇੱਕ ਫਰਮ ਦੀਆਂ ਦੋ ਡਿਪਾਰਟਮੈਂਟ, ਇੱਕ ਫਰਮ 'ਚ ਦੋ ਡਿਪਾਰਟਮੈਂਟ ਹੁੰਦੇ ਨੇ, ਉਹਨਾਂ ਦੀ ਆਪਸ 'ਚ ਕੀ ਹੁੰਦੀ ਹੈ, ਇੰਟਰੈਕਸ਼ਨ ਹੁੰਦੀ ਹੈ। ਪਲੇਸ ਆਰਡਰ ਗਿਵਿੰਗ ਇੰਸਟਰਕਸ਼ਨ ਟੂ ਸਪਲਾਇਰ, ਆਰਡਰ ਆਪਸ 'ਚ ਪਲੇਸ ਕਰ ਸਕਦੇ, ਇੰਸਟਰਕਸ਼ਨਾਂ ਦੇ ਸਕਦੇ ਨੇਗੇ, ਕਮਿਊਨੀਕੇਟ ਕਰ ਸਕਦੇ ਨੇਗੇ, ਆਪਣੇ ਔਰਗਨਾਈਜੇਸ਼ਨ ਨੂੰ ਇਨਫੋਰਮੇਸ਼ਨ ਦੇ ਸਕਦੇ ਨੇ, ਰਿਕਰੂਟਮੈਂਟ, ਸਿਲੈਕਸ਼ਨ, ਟ੍ਰੇਨਿੰਗ ਆਫ ਇੰਪਲੋਈ, ਆਪਸ ਭਰਤੀ ਕਰ ਸਕਦੇ ਨੇ, ਸਿਲੈਕਟ ਕਰ ਸਕਦੇ ਨੇ, ਰਿਪੋਰਟ ਕਰ ਸਕਦੇ ਨੇ ਇੰਪਲੋਈ ਨੂੰ ਮੈਨੇਜਰ। ਮਤਲਬ ਫਰਮ ਦੇ ਅੰਦਰ ਹੀ ਜਿਹੜੀ ਟ੍ਰਾਂਜੈਕਸ਼ਨਾਂ ਕਰਦੇ ਰਹਿੰਦੇ ਨੇ, ਇਹ ਕੀ ਹੈ, ਇੰਟਰਾ ਬੀ ਕਮਰਸ। ਸਾਰਿਆਂ ਨੂੰ ਕਲੀਅਰ ਹੋ ਗਿਆ? ਤਾਂ ਸਟੂਡੈਂਟਸ ਇੱਕ ਗੱਲ ਧਿਆਨ ਰੱਖਣਾ ਕਿ ਜਿਹੜਾ ਹੁਣ ਈ ਬਿਜ਼ਨਸ ਹੈ ਅਤੇ ਜਿਹੜਾ ਕਮਰਸ ਹੈ, ਇੱਕ ਈ ਬਿਜ਼ਨਸ ਬਹੁਤ ਹੀ ਵਾਈਡਰ ਟਰਮ ਹੁੰਦੀ ਹੈ। ਇਹ ਕਮਰਸ ਜਿਹੜਾ ਹੁੰਦਾ ਉਹਦਾ ਪਾਰਟ ਹੁੰਦਾ। ਈ ਬਿਜ਼ਨਸ ਜਿਹੜੀ ਹੁੰਦੀ ਆ ਵਾਈਡਰ ਟਰਮ ਹੁੰਦੀ ਹੈ, ਇਹਦੇ ਵਿੱਚ ਸਾਰੀ ਚੀਜ਼ਾਂ ਸਮਾ ਜਾਂਦੀਆਂ, ਪਰ ਜਿਹੜਾ ਕਮਰਸ ਹੈ ਨਾ ਉਹਦਾ ਪਾਰਟ ਹੁੰਦਾ, ਇਹ ਯਾਦ ਰੱਖਿਓ। ਹੁਣ ਜਿੰਨੇ ਵੀ ਆਪਾਂ ਬਿਜ਼ਨਸ ਦੇ ਸਕੋਪ ਪੜ੍ਹੇ, ਬਿਜ਼ਨਸ ਦੇ ਸਕੋਪ ਦੇ ਵਿੱਚ ਆ ਜਿਹੜਾ ਕਮਰਸ ਹੈ ਉਹਦਾ ਪਾਰਟ ਹੈ। ਕਲੀਅਰ ਹੈ ਗੱਲ? ਤਾਂ ਸਟੂਡੈਂਟਸ ਆਈ ਹੋਪ ਸਾਰਿਆਂ ਨੂੰ ਇਹ ਟੌਪਿਕ ਸਮਝ ਆਇਆ ਹੋਊਗਾ। ਤਾਂ ਆਪਾਂ ਨੈਕਸਟ ਵੀਡੀਓ ਨੈਕਸਟ ਲੈਕਚਰ 'ਚ ਕਰਾਂਗੇ, ਅਤੇ ਤਦ ਤੱਕ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ, ਜੈ ਹਿੰਦ।